Welcome back to the channel, children. So let's continue with the second part of the sorting the materials into groups chapter. Appearance is what ਚੀਜ਼ ਕਿਵੇਂ ਦੀ ਦਿਖਦੀ ਹੈ। ਤਾਂ ਅਪੀਅਰੈਂਸ ਹੈ ਬੇਟਾ ਜਿਸ ਤਰ੍ਹਾਂ ਚੀਜ਼ ਦਿਖਦੀ ਹੈ। ਜਨਰਲੀ ਅਗਰ ਅਸੀਂ ਦੇਖਿਆ ਜਾਏ ਦੇਖਦੇ ਹਾਂ ਤਾਂ ਜਿੰਨੇ ਵੀ ਤੁਹਾਡੇ ਆਲੇ ਦੁਆਲੇ ਅਗਰ ਤੁਸੀਂ ਨਜ਼ਰ ਮਾਰੋ ਤੁਸੀਂ ਦੇਖੋਗੇ ਕਿ ਮਟੀਰੀਅਲਸ ਦੇ ਲੁੱਕ ਡਿਫਰੈਂਟ ਫਰੋਮ ਵਨ ਅਨਦਰ। ਹਰ ਮਟੀਰੀਅਲ ਦੂਸਰੇ ਨਾਲੋਂ ਡਿਫਰੈਂਟ ਲੱਗਦਾ ਹੈ। ਕਿਚਨ ਵਿੱਚ ਜਾਓਗੇ ਤਾਂ ਤੁਸੀਂ ਭਾਂਡੇ ਦੇਖੋਗੇ ਦੇ ਆਰ ਮੋਸਟਲੀ ਮੇਡ ਅਪ ਆਫ ਸਟੀਲ। ਔਰ ਅਗਰ ਤੁਸੀਂ ਆਪਣੇ ਡਰਾਇੰਗ ਰੂਮ 'ਚ ਦੇਖਦੇ ਹੋ ਸੋਫਾ ਹੈ ਜਾਂ ਬੈਡਰੂਮ 'ਚ ਬੈੱਡ ਪਿਆ ਹੋਇਆ ਤਾਂ ਦੈਟ ਇਜ਼ ਮੇਡ ਅਪ ਆਫ ਵੁੱਡ। ਸੋ ਦੋਨੋਂ ਹੀ ਚੀਜ਼ਾਂ ਦੇ ਵਿੱਚ ਦੇਖੋ ਡਿਫਰੈਂਸ ਹੈ। ਅਗਰ ਤੁਸੀਂ ਆਪਣਾ ਗੇਟ ਦੇਖਦੇ ਹੋ ਆਇਰਨ ਦਾ ਬਣਿਆ ਹੋਇਆ ਹੈ, ਆਇਰਨ ਦੀਆਂ ਤੁਹਾਨੂੰ ਲੋਹੇ ਦੀਆਂ ਹੋਰ ਕਾਫੀ ਚੀਜ਼ਾਂ ਮਿਲਣਗੀਆਂ। ਸੋ ਆਇਰਨ ਅਪੀਅਰਸ ਡਿਫਰੈਂਟ ਫਰੋਮ ਕਾਪਰ ਔਰ ਐਲੂਮੀਨੀਅਮ। ਆਇਰਨ ਜਿਹੜਾ ਲੋਹਾ ਖੁਦ ਵੀ ਡਿਫਰੈਂਟ ਹੈ ਕਿਸ ਨਾਲੋਂ, ਕਿਉਂਕਿ ਆਇਰਨ ਇੱਕ ਮੈਟਲ ਹੈ, ਕਾਪਰ ਔਰ ਐਲੂਮੀਨੀਅਮ ਵੀ ਮੈਟਲ ਹੈ, ਧਾਤੂ ਹੈ। ਤਾਂ ਜਿਹੜੀਆਂ ਧਾਤ ਹੁੰਦੀਆਂ ਹੈਗੀਆਂ ਦੇ ਹੈਵ ਡਿਫਰੈਂਟ distinct properties. Iron ਜਿਹੜਾ ਹੈ that is very very hard and strongest ਹੈ। ਇਹਦੇ ਗੇਟਸ ਗ੍ਰਿਲਸ ਵਗੈਰਾ ਬਣੀਆਂ ਹੁੰਦੀਆਂ। ਕਾਪਰ ਜਿਹੜਾ ਹੈ ਤੁਸੀਂ ਦੇਖੋਗੇ ਵਾਇਰਸ ਵਗੈਰਾ ਬਣਾਈਆਂ ਹੁੰਦੀਆਂ ਔਰ ਜਿਹੜੇ ਤੁਹਾਡੇ ਯੂਟੈਂਸਿਲਸ ਆ ਉਹਦਾ ਬੇਸ ਵੀ ਕਾਪਰ ਦਾ ਬਣਿਆ ਹੁੰਦਾ ਕਿਉਂਕਿ ਇਹ ਹੀਟ ਬਹੁਤ ਜਲਦੀ ਹੋ ਜਾਂਦਾ ਹੈ ਤਾਂ ਕਿ ਖਾਣਾ ਜਲਦੀ ਬਣ ਜਾਂਦਾ ਹੈ। ਐਲੂਮੀਨੀਅਮ ਜਿੰਨੀ ਹਲਕੀਆਂ ਚੀਜ਼ਾਂ ਹੁੰਦੀਆਂ ਲਾਈਟ ਵੇਟ ਮੈਟਲਸ ਐਲੂਮੀਨੀਅਮ ਹੈ। ਈਵਨ ਤੁਸੀਂ ਦੇਖੋਗੇ ਕਿ ਐਰੋਪਲੇਨਸ ਹੈ ਦੇ ਆਰ ਮੇਡ ਅਪ ਆਫ ਐਲੂਮੀਨੀਅਮ ਸ਼ੀਟਸ। ਐਲੂਮੀਨੀਅਮ ਦੀ ਫੋਇਲ ਤਾਂ ਸਾਰਿਆਂ ਨੇ ਦੇਖੀ ਹੋਏਗੀ ਨਾ ਆਪਣੀ ਕਿਚਨ ਦੇ ਵਿੱਚ ਬੱਚੇ, ਜਿਸ ਦੇ ਵਿੱਚ ਚਪਾਤੀਜ਼ ਵਗੈਰਾ ਲਪੇਟਦੇ ਆ। ਸੋ ਦੈਟ ਇਜ਼ ਐਲੂਮੀਨੀਅਮ ਫੋਇਲ, ਇਟ ਇਜ਼ ਵੈਰੀ ਸ਼ਾਈਨੀ ਮੈਟਲ। ਸੋ ਅਪੀਅਰੈਂਸ ਦੇ ਬੇਸ ਤੇ ਕਾਫੀ ਚੀਜ਼ਾਂ ਜਿਹੜੀਆਂ ਹੈ ਉਹ ਡਿਫਰੈਂਟ ਅਪੀਅਰ ਹੁੰਦੀਆਂ। ਜਿਵੇਂ ਤੁਸੀਂ ਆਪਣੀ ਅਲਮੀਰਾ ਦੇਖੋਗੇ ਜਿਹਦੇ 'ਚ ਕੱਪੜੇ ਰੱਖਦੇ ਹੋ ਉਹ ਸਟੀਲ ਦੀ ਬਣੀ ਹੋਈ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਅਗਰ ਤੁਸੀਂ ਚੇਅਰ ਦੇਖ ਰਹੇ ਹੋ ਤਾਂ ਦੇਖੋ ਉਹ ਵੁਡਨ ਹੈ। ਤਾਂ ਵੁੱਡ ਜਿਹੜਾ ਹੈ ਉਹ ਸ਼ਾਈਨ ਨਹੀਂ ਕਰਦਾ, ਜਦਕਿ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੈ ਬਰਤਨ ਹੈ ਤੁਸੀਂ ਦੇਖੋਗੇ ਬਹੁਤ ਸ਼ਾਈਨ ਕਰਦੇ ਆ। ਸ਼ਾਈਨ ਨੂੰ ਆਪਾਂ ਲਸਟਰ ਕਹਿੰਦੇ ਆ। ਮੀਨਸ ਆਲ ਥੀਸ ਥਿੰਗਸ ਮੀਨਸ ਯੂਟੈਂਸਿਲਸ ਬਰਤਨ ਹੈ ਜਿਹੜੇ, ਜਾਂ ਗੋਲਡ ਦੀ ਦੇਖੇ ਹੋਣਗੇ ਈਅਰਿੰਗਸ ਮੰਮਾ ਨੇ ਪਾਈਆਂ ਹੋਈਆਂ, ਰਿੰਗਸ ਪਾਈਆਂ ਹੋਈਆਂ, ਤਾਂ ਉਹ ਸਾਰੀ ਗੋਲਡ ਦੀ ਯਾਨੀ ਜਿਹੜਾ ਸੋਨਾ ਹੈ ਦੈਟ ਇਜ਼ also very shine. So shine ਨੂੰ luster ਕਹਿੰਦੇ ਆ। all such metals that all such things that shine are called lustrous things. lustrous ਮਤਲਬ ਜਿਨ੍ਹਾਂ ਵਿੱਚ ਚਮਕ ਹੁੰਦੀ ਹੈ। ਤਾਂ metals mostly lustrous ਹੁੰਦੀਆਂ। on the other hand when we see the wood, ਅਗਰ ਅਸੀਂ ਲੱਕੜੀ ਦੇਖਦੇ ਹਾਂ ਤਾਂ ਲੱਕੜੀ ਦੇ ਵਿੱਚ ਕੋਈ ਸ਼ਾਈਨ ਨਹੀਂ ਹੁੰਦੀ, ਉਹਦੇ ਸ਼ਾਈਨ ਤਾਂ ਨਹੀਂ ਦਿਖਦੀ ਤੁਹਾਨੂੰ। ਸੋ appearance ਕਿਸ ਤਰ੍ਹਾਂ ਹੈ, shine and no shine, ਠੀਕ ਹੈ। the things are lustrous or they are not, they are dull in appearance. wood ਜਿਹੜਾ ਹੈ that is dull in appearance and some of ਹੁਣ ਜਿਹੜੀਆਂ metals ਅਗਰ ਅਸੀਂ ਦੇਖੀਏ iron copper silver gold ਇਹ ਸਾਰੀਆਂ lustrous ਹੈ, ਬਹੁਤ ਜ਼ਿਆਦਾ shine ਹੁੰਦੀ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਅਗਰ ਤੁਸੀਂ ਦੇਖੋਗੇ ਗ੍ਰੇਫਾਈਟ ਹੈ ਉਹ ਵੀ ਲਸਟਰਸ ਹੈ। ਸਿੱਕਾ ਜਿਹੜਾ ਤੁਹਾਡਾ ਪੈਨਸਿਲ ਦਾ ਉਹਦੇ 'ਚ ਵੀ ਚਮਕ ਹੁੰਦੀ ਹੈ। ਸੋ ਕੁਛ ਲਸਟਰਸ ਐਂਡ ਨੋਨ ਲਸਟਰਸ। ਪੇਪਰ ਹੈ ਤੁਹਾਡੀ ਕਿਤਾਬ ਦੇ ਵਿੱਚ ਉਹ ਸ਼ਾਈਨ ਨਹੀਂ ਆਉਂਦੀ, ਪੇਪਰ ਵਿੱਚ ਤਾਂ ਨਹੀਂ ਕਦੀ ਸ਼ਾਈਨ ਦੇਖੀ ਇਸ ਤਰ੍ਹਾਂ ਦੀ ਜੋ ਗੋਲਡ ਵਿੱਚ ਹੁੰਦੀ ਹੈ। ਸੋ ਪੇਪਰ ਜਿਹੜਾ ਹੈ ਮਟੀਰੀਅਲ ਦੈਟ ਇਜ਼ ਨੋਨ ਲਸਟਰਸ। ਰੌਕਸ ਹੈ, ਸਟੋਨਸ ਹੈ, ਕੋਈ ਚਮਕ ਨਹੀਂ ਮਾਰਦੇ, ਦੇ ਆਰ ਆਲਸੋ ਨੋਨ ਲਸਟਰਸ ਮਟੀਰੀਅਲ। ਸੋ ਇਹ ਅਪੀਅਰੈਂਸ ਹੈ। ਅਪੀਅਰੈਂਸ ਹੁੰਦੀ ਹੈ ਡਲ ਔਰ ਸ਼ਾਈਨ ਦਿੰਦੀ ਹੈ ਕਿਸੇ ਨਾ ਕਿਸੇ ਚੀਜ਼ ਨੂੰ। ਸੋ ਦਿਸ is again a property. Then activity 3 is there. Here ਕੀ ਦੱਸਿਆ ਹੋਇਆ, collect small pieces of different materials, paper, cardboard, wood, copper wire। ਇਹ ਸਾਰੀਆਂ ਚੀਜ਼ਾਂ ਕਰੈਕਟ ਕਰਕੇ ਇਹਨਾਂ ਵਿੱਚੋਂ ਦੱਸਣੀਆਂ ਕਿਹੜੀ ਸ਼ਾਈਨ ਹੈ ਔਰ ਕਿਹੜੀ ਨਹੀਂ ਹੈ। ਲਸਟਰਸ ਐਂਡ ਨੋਨ ਲਸਟਰਸ ਦੀ ਲਿਸਟ ਬੱਚੇ ਬਣਾਉਣੀ ਹੈ। then cutting pieces of materials to see if they have luster। pieces of materials ਨੂੰ ਕੱਟ ਕੇ ਦੇਖਣਾ ਕਿ ਉਹਨਾਂ ਵਿੱਚ ਚਮਕ ਹੈ ਕਿ ਨਹੀਂ ਹੈ। ਤਾਂ ਇਹ ਇੱਥੇ ਉਹੀ ਦੱਸਿਆ ਹੋਇਆ ਆਇਰਨ ਕਾਪਰ ਐਲੂਮੀਨੀਅਮ ਗੋਲਡ these are metals and they are lustrous and they are not dull। because dull ਕਿਉਂ ਨਹੀਂ ਹੁੰਦੇ, because of the action of air and moisture on them। ਕਈ ਵਾਰੀ metals lose ਕਰ ਜਾਂਦੀਆਂ ਆਪਣੀ shine, ਤਾਂ ਜਿਵੇਂ ਕੋਈ ਲੋਹੇ ਦੀ ਚੀਜ਼ ਬਾਹਰ ਪਈ ਹੈ ਔਰ ਬਾਰਿਸ਼ ਦੇ ਨਾਲ ਉਹਦੇ 'ਚ ਤੁਸੀਂ ਦੇਖਿਆ ਹੋਏਗਾ ਲੋਹੇ ਦਾ ਗੇਟ ਹੈ ਉਹਨੂੰ ਜੰਗ ਲੱਗ ਜਾਂਦੀ ਹੈ। ਸੋ ਲਸਟਰ ਲੂਜ਼ ਕਰ ਦਿੰਦੇ ਆ ਫॉर ਟੈਂਪਰੇਰੀ ਪੀਰੀਅਡ ਕਿਉਂਕਿ ਉਹਨਾਂ ਦਾ ਐਕਸ਼ਨ ਜਿਹੜਾ ਹੈ ਏਅਰ ਦੇ ਨਾਲ ਮੋਇਸਚਰ ਦੇ ਨਾਲ ਹੋ ਜਾਂਦਾ ਹੈ। then the next property is hardness। hardness ਦਾ ਮਤਲਬ ਹੈ ਸਖਤ ਚੀਜ਼ and softness ਇਸ ਦਾ ਉਲਟ ਹੁੰਦਾ hard and soft। hard ਮਤਲਬ ਸਖਤ, soft ਮਤਲਬ ਨਰਮ। ਤਾਂ ਇਹ ਵੀ ਇੱਕ property ਹੈ to decide ਕਿ ਮਟੀਰੀਅਲ ਜਿਹੜਾ ਹੈ ਕਿਸ ਚੀਜ਼ ਦਾ ਹੋਣਾ ਚਾਹੀਦਾ ਹੈ।
ਹਾਰਡਨੈਸ ਵਿੱਚ ਬੇਟਾ ਹਾਰਡਨੈਸ ਐਂਡ ਸੌਫਟਨੈਸ ਮੀਨਸ ਹਾਰਡਨੈਸ ਕੀ ਹੁੰਦੀ ਹੈ? ਹਾਰਡ ਕਦੋਂ ਹੁੰਦੀ ਹੈ ਕੋਈ ਚੀਜ਼? ਜਦੋਂ ਤੁਸੀਂ ਉਸਨੂੰ ਦਬਾ ਨਾ ਸਕਦੇ ਹੋ। ਦੋਨਾਂ ਹੱਥਾਂ ਦੇ ਵਿੱਚ ਤੁਸੀਂ ਅਗਰ ਕੋਈ ਚੀਜ਼ ਨੂੰ ਦਬਾਣਾ ਚਾਹ ਰਹੇ ਹੋ ਔਰ ਨਹੀਂ ਦਬ ਰਹੀ, ਸੋ ਦੈਟ ਮੀਨਸ ਇਟ ਇਜ਼ ਵੈਰੀ ਹਾਰਡ। ਅਗਰ ਉਹ ਦਬ ਰਹੀ ਹੈ ਬੜੇ ਈਜ਼ੀ, ਬੜੇ ਆਸਾਨੀ ਨਾਲ, ਤਾਂ ਦੈਟ ਇਜ਼ ਸੌਫਟ। ਕੰਸੀਡਰ ਫॉर ਐਗਜ਼ਾਮਪਲ ਬੱਚੇ, ਲੈਟਸ ਟੇਕ ਕਾਟਨ। ਦੇਖੋ ਕਾਟਨ ਨੂੰ ਸਭ ਨੇ ਦੇਖੀ ਹੈ। ਕਾਟਨ ਨੂੰ ਤੁਸੀਂ ਪ੍ਰੈਸ ਕਰੋਗੇ, ਦੀਵਾਲੀ ਤੇ ਤੁਸੀਂ ਬੱਤੀਆਂ ਵੀ ਬਣਾਉਂਦੇ ਹੋ ਉਹਦੀਆਂ, ਹੈ ਨਾ, ਦੀਵਿਆਂ ਵਿੱਚ ਰੱਖਣ ਲਈ। ਜਦੋਂ ਤੁਸੀਂ ਉਹਨੂੰ ਦੋ ਹੱਥਾਂ 'ਚ ਪ੍ਰੈਸ ਕਰੋਗੇ, ਕੀ ਉਹ ਹੋ ਜਾਂਦੀ ਹੈ? ਯੈਸ ਆਫ ਕੋਰਸ ਹੋ ਜਾਂਦੀ ਹੈ। ਕਾਟਨ ਇਜ਼ ਅ ਸੌਫਟ ਮਟੀਰੀਅਲ। ਸੋ ਚਲੋ ਇੱਕ ਲੈਟਸ ਕੈਟਾਗਰਾਈਜ਼ ਸਰਟਨ ਥਿੰਗਸ, ਠੀਕ ਹੈ। ਕਾਟਨ ਜਿਹੜੀ ਹੈ ਉਹ ਹੋ ਜਾਂਦੀ ਹੈ, ਇਟ ਇਜ਼ ਵੈਰੀ ਵੈਰੀ ਸੌਫਟ। ਅਗਰ ਚੌਕ ਮੈਂ ਕਹਾਂ ਕਿ ਚੌਕ ਤੁਸੀਂ ਆਪਣਾ ਪ੍ਰੈਸ ਕਰੋ, ਨਹੀਂ, ਇਟ ਇਜ਼ ਹਾਰਡ ਨਾ, ਥੋੜਾ ਹਾਰਡ ਹੈ, ਠੀਕ ਹੈ। ਅਗਰ ਸਟੋਨ ਕਿਸੇ ਪੱਥਰ ਨੂੰ ਕਰੋ ਤਾਂ ਪੱਥਰ ਨਹੀਂ ਦਬੇਗਾ, ਨਹੀਂ ਦਬੇਗਾ ਨਾ, ਨਹੀਂ ਕੰਪਰੈਸ ਹੋਏਗਾ। ਇਟ ਕੈਨ ਨਾਟ ਬੀ ਈਜ਼ੀਲੀ ਕੰਪਰੈਸਡ। ਦੇਖੋ ਵਟ ਇਜ਼ ਰਿਟਨ ਹੇਅਰ, some of them may be hard, ਅਗਰ ਅਸੀਂ different materials ਆਪਣੇ ਹੱਥ ਨਾਲ ਦਬਾਈਏ ਤਾਂ some of them may be hard to compress while others can be easily compressed। ਠੀਕ ਹੈ। ਮੈਟਲ ਕੀ ਚਾਬੀਆਂ ਦੇਖੋ ਤੁਹਾਡੇ ਕੋਲ ਹੁਣ ਪਈਆਂ ਹੋਣਗੀਆਂ, ਲੋਕ ਵੀ ਪਿਆ ਹੋਏਗਾ ਘਰ ਦੇ ਵਿੱਚ, ਦੇਖੋ ਲੋਕ ਨੂੰ ਪ੍ਰੈਸ ਕਰਕੇ ਦੇਖੋ ਕੀ ਇਹ ਦਬਦਾ? ਚਾਬੀ ਦਬਦੀ ਹੈ? no, because it is made up of metal and metals are very very hard। so ਇਹ hard ਦੇ ਵਿੱਚ ਆ ਗਿਆ because these materials that they cannot be compressed easily। so and try to scratch with it, scratch ਹੋ ਜਾਏਗਾ the surface of a piece। then wood ਵੀ ਨਹੀਂ ਹੋਏਗਾ ਤਾਂ metals ਨਹੀਂ ਹੋਣਗੀਆਂ, stone ਵੀ ਨਹੀਂ ਹੋ ਪਾਏਗਾ। ਕੈਂਡਲ ਨੂੰ ਤੁਸੀਂ ਕਰ ਸਕਦੇ ਹੋ, ਥੋੜਾ ਸੌਫਟ ਹੁੰਦਾ ਹੈ। ਐਂਡ ਕਾਟਨ ਹੋ ਗਈ। ਸਪੰਜ ਦੇਖਿਆ ਹੋਏਗਾ ਸਾਰਿਆਂ ਨੇ, ਸਪੰਜ ਦੇ ਵਿੱਚ ਪਾਣੀ ਤੁਸੀਂ ਫਿਲ ਕਰਦੇ ਹੋ, ਹੈ ਨਾ। ਪਾਣੀ ਨੂੰ ਫਿਰ ਤੁਸੀਂ ਜਦੋਂ ਹੱਥਾਂ ਵਿੱਚ ਪ੍ਰੈਸ ਕਰਦੇ ਹੋ ਤਾਂ ਪਾਣੀ ਬਾਹਰ ਨਿਕਲ ਜਾਂਦਾ ਐਂਡ ਸਕੂਜ਼ ਹੋ ਜਾਂਦਾ ਬਹੁਤ ਈਜ਼ੀਲੀ। then you can easily scratch some of materials while some cannot be scratched। so materials which can be compressed or scratched easily are called soft। ਜਿਹਨਾਂ materials ਨੂੰ ਦਬਾਇਆ ਜਾ ਸਕਦਾ ਹੈ ਜਾਂ easily ਉਹਨਾਂ ਤੋਂ scratch ਕੀਤਾ ਜਾ ਸਕਦਾ ਹੈ, ਉਹ ਬਹੁਤ, ਜਾਂ ਉਹਨਾਂ ਨੂੰ scratch ਕੀਤਾ ਜਾ ਸਕਦਾ, ਉਹ they are very soft। while some other materials which are difficult to compress are called hard। ਜੋ ਨਹੀਂ ਦਬਾਏ ਜਾ ਸਕਦੇ ਉਹਨਾਂ ਨੂੰ hard ਕਹਿੰਦੇ ਆ, hard in nature ਹੁੰਦੇ ਆ, ठीक है। फॉर एग्जाम्पल कॉटन और स्पंज इज सॉफ्ट वाइल आयरन इज हार्ड। सो ऑल हार्डनेस जिहड़ी है दैट डिपेंड्स, जो डिफरेंट मटीरियल्स दे हैव डिफरेंट डिग्री ऑफ हार्डनेस। डिफरेंट डिग्री मतलब कोई बहुत ज़्यादा बिल्कुल ही नहीं दबेगा, जिवें पत्थर नूं तुसीं दबाई जाओगे बिल्कुल नहीं दबेगा, पर थोड़ा अगर कैंडल कर रहे हो, कैंडल थोड़ा जिहा हो जाएगा कंप्रेस। अगर कॉटन देखिए तो बिल्कुल ही हो जाएगा, तो वो सॉफ्ट है। the degree of hardness ਤੇ depend ਕਰਦੀ ਹੈ। in appearance materials can have different properties like luster। luster ਤੁਹਾਨੂੰ ਦੱਸਿਆ ਕਿ shine ਨੂੰ ਕਹਿੰਦੇ ਆ। hardness, hard ਕੋਈ ਚੀਜ਼ ਹੈ, hard ਹੈ, soft ਹੈ। rough और smooth ਵੀ, smoothness ਵੀ ਇੱਕ property ਹੈ ਜੋ describe ਕਰਦੀ ਹੈ materials ਨੂੰ। next property is soluble or insoluble। soluble मतलब ਘੁਲਣਸ਼ੀਲ, insoluble मतलब ਅਘੁਲਣਸ਼ੀਲ, ਜਿਹੜੇ ਨਹੀਂ ਘੁਲਦੇ। we know that water is an important liquid। ਪਾਣੀ ਦੇ ਵਿੱਚ ਹੀ ਅਸੀਂ ਘੁਲਦੇ ਹਾਂ ਨਾ ਚੀਜ਼ਾਂ, ਤਾਂ ਹੀ ਪਤਾ ਲੱਗਦਾ ਕਿ ਕੋਈ ਚੀਜ਼ ਘੁਲਦੀ ਹੈ ਜਾਂ ਨਹੀਂ ਹੈ। ਸੋ ਪਾਣੀ ਜਿਹੜਾ ਹੈ ਬਹੁਤ ਸਾਰੀਆਂ ਚੀਜ਼ਾਂ ਡਿਜ਼ੋਲਵ ਕਰ ਸਕਦਾ ਹੈ। many substances can be dissolved in water। ਔਰ ਇਸ ਨੂੰ ਬੱਚੇ ਇੱਕ ਐਗਜ਼ਾਮਪਲ ਤੁਸੀਂ ਕਿ ਯਾਦ ਵੀ ਕਰਨਾ ਹੈ ਕਿ ਵਾਟਰ ਇਜ਼ ਨੋਨ ਐਜ਼ ਯੂਨੀਵਰਸਲ ਸੋਲਵੈਂਟ। ਯੂਨੀਵਰਸਲ ਸੋਲਵੈਂਟ ਦਾ ਮਤਲਬ ਹੈ ਮੋਸਟ ਆਫ ਦ ਥਿੰਗਸ ਜਿਹੜੀ ਹੈ ਤੁਹਾਡੇ ਆਲੇ ਦੁਆਲੇ ਦੇ ਕੈਨ ਬੀ ਡਿਜ਼ੋਲਵਡ ਇਨ ਵਾਟਰ। ਪਾਣੀ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਘੁਲ ਜਾਂਦੀਆਂ, ਇਸ ਕਰਕੇ ਇਸ ਨੂੰ ਯੂਨੀਵਰਸਲ ਸੋਲਵੈਂਟ ਵੀ ਕਿਹਾ ਜਾਂਦਾ ਹੈ। ਦਿਸ ਕੁਐਸਚਨ ਕੈਨ ਕਮ ਇਨ ਯੂਰ ਐਗਜ਼ਾਮਸ, ਸੋ ਮਾਰਕ ਇਟ ਇਨ ਦ ਬੁੱਕ, ਠੀਕ ਹੈ। ਯੂਨੀਵਰਸਲ ਸੋਲਵੈਂਟ ਪਾਣੀ ਹੁੰਦਾ, ਕਾਫੀ ਸਾਰੀਆਂ ਚੀਜ਼ਾਂ dissolve ਹੋ ਸਕਦੀਆਂ। the property of a material to dissolve in a liquid is called its solubility। ਕੋਈ ਕਿੰਨਾ ਘੁਲਣਸ਼ੀਲ ਹੈ ਮਟੀਰੀਅਲ, ਉਹ ਪ੍ਰੋਪਰਟੀ ਨੂੰ ਅਸੀਂ solubility ਕਹਿੰਦੇ ਆ। ਕਿਸੇ ਵੀ ਲਿਕੁਇਡ ਦੇ ਵਿੱਚ dissolve ਹੋਣ ਦੀ ਉਹਦੀ ਪ੍ਰੋਪਰਟੀ ਨੂੰ solubility ਕਹਿੰਦੇ ਆ। ਔਰ ਜਿਹੜਾ ਉਹ substance dissolve ਹੋ ਰਿਹਾ ਹੁੰਦਾ ਹੈ, such a type of substance is known as soluble substance। ਹੁਣ ਬੱਚੇ ਤੁਸੀਂ ਸਾਰੇ ਅੱਛੇ ਬੱਚੇ ਹੋ, ਆਪਣੀ ਮਦਰ ਦੇ ਨਾਲ ਜ਼ਰੂਰ ਕਿਚਨ 'ਚ ਕੰਮ ਕਰਵਾਉਂਦੇ ਹੋਗੇ। ਤੁਸੀਂ ਸ਼ਿਕੰਜਵੀ ਬਣਾਈ ਹੋਏਗੀ, ਲੈਮਨ ਵਾਟਰ, ਹੈ ਨਾ, ਔਰ ਸ਼ਰਬਤ ਬਣਾਇਆ ਹੋਏਗਾ, ਤਾਂ ਤੁਸੀਂ ਕੀ ਕੀਤਾ, ਪਾਣੀ ਦੇ ਵਿੱਚ ਤੁਸੀਂ ਚੀਨੀ ਜਾਂ ਨਮਕ ਘੋਲਿਆ ਹੋਏਗਾ, ਸਾਲਟ ਐਂਡ ਸ਼ੂਗਰ। ਤਾਂ ਇਹ ਤੁਸੀਂ ਦੱਸੋ ਕਿ ਕੀ ਉਹ ਪੂਰੇ ਘੁਲ ਜਾਂਦੇ ਆ? ਇਸ ਤਰ੍ਹਾਂ ਘੁਲ ਜਾਂਦੇ ਆ ਕਿ ਬਿਲਕੁਲ ਨਜ਼ਰ ਨਾ ਆਉਣ। ਯੈਸ,
they are completely soluble in absolutely soluble ਹੁੰਦੇ ਆ in water ਪੂਰੇ ਦੇ ਪੂਰੇ sugar and salt ਪਾਣੀ ਦੇ ਵਿੱਚ ਅੱਛੀ ਤਰ੍ਹਾਂ ਘੁਲ ਜਾਂਦੇ ਆ common salt dissolves in water ਇਸੇ ਕਰਕੇ ਨਮਕ ਨੂੰ and ਚੀਨੀ ਨੂੰ they are called as soluble substance ਜਦੋਂ ਕਿ ਦੂਸਰੇ ਪਾਸੇ ਅਗਰ ਅਸੀਂ ਦੇਖੀਏ chalk powder ਹੋ ਗਿਆ ਦੇਖੋ sand ਹੋ ਗਈ sawdust ਇਹ ਲੱਕੜੀ ਦਾ ਚੂਰਾ ਬੁਰਾਦਾ ਜਿਹਨੂੰ ਕਹਿੰਦੇ ਆ ਜਾਂ chalk ਦਾ ਪਾਊਡਰ ਹੋ ਗਿਆ ਜਾਂ ਰੇਤਾ ਹੋ ਗਈ it will not dissolve in water ਇਹਨਾਂ ਵਿੱਚੋਂ ਕੋਈ ਵੀ ਚੀਜ਼ ਹੈ these will not dissolve in water ਪਾਣੀ ਦੇ ਵਿੱਚ ਨਹੀਂ ਘੁਲਣਗੇ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ insoluble substances ਇਹ ਤੁਸੀਂ ਕਰਕੇ ਵੀ ਦੇਖ ਸਕਦੇ ਹੋ ਮਿੱਟੀ ਨੂੰ ਘੋਲ ਕੇ ਦੇਖਿਓ ਪਾਣੀ ਦੇ ਵਿੱਚ ਨਹੀਂ ਘੁਲਦੀ ਨੀਚੇ ਬੈਠ ਜਾਏਗੀ ਚੌਕ ਪਾਊਡਰ ਹੋ ਗਿਆ ਬੁਰਾਦਾ ਹੋ ਗਿਆ ਲੱਕੜੀ ਦਾ ਤਰਨ ਲੱਗ ਜਾਏਗਾ ਹੈਨਾ ਤਰਨ ਲੱਗ ਜਾਂਦਾ ਨਾ ਉੱਪਰ ਜਦਕਿ ਚੀਨੀ ਔਰ ਨਮਕ ਇਹ ਸਾਰਾ ਕੁਝ ਇਹ ਡਿਸੋਲਵ ਹੋ ਜਾਂਦੇ ਆ ਤੇ ਇੱਥੇ ਇੱਕ ਐਕਟੀਵਿਟੀ ਹੈ ਐਡ ਅ ਸਮਾਲ ਅਮਾਉਂਟ ਆਫ sugar to the first glass salt to the second ਇਹਦੇ ਚ ਪਹਿਲੇ ਗਲਾਸ ਵਿੱਚ ਚੀਨੀ ਪਾਣੀ ਹੈ ਦੂਸਰੇ ਵਿੱਚ ਨਮਕ ਪਾਣਾ ਹੈ similarly add small of other substances into the glasses ਫਿਰ ਉਹਨਾਂ ਨੂੰ ਘੋਲਣਾ ਹੈ ਸਪੂਨ ਦੀ ਹੈਲਪ ਨਾਲ ਘੋਲ ਲਓ stir the content stir ਕਰਕੇ ਘੋਲ ਤੁਸੀਂ ਘੁਮਾ ਕੇ ਉਸ ਨੂੰ ਘੋਲ ਲਓ ਔਰ ਉਸ ਤੋਂ ਬਾਅਦ ਦੇਖੋ ਕਿ ਕੀ ਉਹ ਥੋੜੇ ਵੇਟ ਫॉर ਅ ਫਿਊ ਮਿੰਟਸ ਲਈ ਵੇਟ ਕਰੋ ਉਸ ਤੋਂ ਬਾਅਦ ਦੇਖੋ ਕਿ what happens to the substances added to water ਕੀ ਉਹ ਹੇਠਾਂ ਬੈਠ ਜਾਂਦੇ ਆ ਸੈਡੀਮੈਂਟੇਸ਼ਨ ਹੋ ਜਾਂਦਾ ਹੈ ਕੀ ਉਹ ਤੈਰਨ ਲੱਗ ਜਾਂਦੇ ਆ do they float in water ਔਰ ਕੀ ਬਿਲਕੁਲ ਟ੍ਰਾਂਸਪੇਰੈਂਟ ਹੋ ਜਾਂਦਾ ਹੈ ਵਾਟਰ ਕੀ ਉਹ ਦਿਖਦੇ ਹੀ ਨਹੀਂ ਹੈ ਇੰਨੇ ਸੋਲਿਊਬਲ ਹੋ ਜਾਂਦੇ ਆ ਇਹ ਤੁਸੀਂ ਇੱਕ ਐਕਟੀਵਿਟੀ ਕਰਨੀ ਹੈ ਸੋ ਦੋਸ ਇਹ ਇੱਕ ਟੇਬਲ 4.3 ਹੈ ਮਿਕਸਿੰਗ ਡਿਫਰੈਂਟ ਸੋਲਿਡ ਮਟੀਰੀਅਲਸ ਇਨ ਵਾਟਰ ਇਹ ਦੇਖੋ ਸਾਲਟ ਲਿਖਿਆ ਹੋਇਆ ਹੈ ਇੱਥੇ ਤੁਸੀਂ ਲਿਖਣਾ ਅਗਰ ਉਹ ਪੂਰੀ ਤਰ੍ਹਾਂ ਘੁਲਣਸ਼ੀਲ ਹੈ ਡਿਸੋਲਵ ਹੋ ਜਾਂਦਾ ਹੈ ਤੁਹਾਨੂੰ ਨਜ਼ਰ ਵੀ ਨਹੀਂ ਆ ਰਿਹਾ ਪਾਣੀ 'ਚ ਤਾਂ ਅਸੀਂ ਲਿਖਾਂਗੇ disappears completely in water ਤਾਂ ਇਹ ਪਹਿਲਾ ਵਾਲਾ ਲਿਖਣਾ ਤੁਸੀਂ ਇਹਦੇ ਵਿੱਚ ਠੀਕ ਹੈ ਸ਼ੂਗਰ ਇਸ ਦੇ ਵਿੱਚ ਵੀ ਇਹੀ ਲਿਖੋਗੇ ਬੇਟਾ ਚੀਨੀ disappears in water ਕਿੱਥੇ ਚਲੇਗੀ ਡਿਸੋਲਵ ਹੋ ਗਈ ਸੈਂਡ ਤੁਸੀਂ ਲਿਖੋਗੇ does not disappear ਇਹ ਵਾਲਾ ਲਿਖੋਗੇ does not this one does not disappear ਠੀਕ ਹੈ chalk powder this also does not disappear and sawdust this also does not disappear yani ki gayab nahi hundiyan utthe hi hundiyan they are not soluble they are insoluble in water so you will notice that some substances have completely disappeared or dissolved in water we say that these substances are soluble in water the a substances घुलनशील hai and other substances do not mix with water and do not disappear even after we stir for a long time these substances are insoluble in water ਦੂਸਰੇ ਪਾਸੇ ਉਹ ਸਬਸਟੈਂਸਸ ਜਿਹੜੇ ਪਾਣੀ ਦੇ ਵਿੱਚ ਮਿਕਸ ਨਹੀਂ ਹੁੰਦੇ ਔਰ ਗਾਇਬ ਨਹੀਂ ਹੁੰਦੇ ਠੀਕ ਹੈ ਬੇਸ਼ੱਕ ਉਹਨਾਂ ਨੂੰ ਜਿੰਨਾ ਮਰਜ਼ੀ ਸਟਰ ਕੀਤਾ ਜਾਵੇ ਘੋਲਿਆ ਜਾਵੇ ਸਪੂਨ ਦੀ ਹੈਲਪ ਦੇ ਨਾਲ ਜਾਂ ਕਿਸੇ ਚੀਜ਼ ਦੀ ਹੈਲਪ ਦੇ ਨਾਲ ਤਾਂ ਇਹਨਾਂ ਇਹੋ ਜਿਹੇ ਸਬਸਟੈਂਸਸ ਨੂੰ ਇਨਸੋਲਿਊਬਲ ਸਬਸਟੈਂਸਸ ਕਹਿੰਦੇ ਆ ਇੱਥੇ ਕੁਐਸਚਨ ਬੱਚੇ ਤੁਹਾਨੂੰ ਆ ਸਕਦਾ ਹੈ what are insoluble and insoluble substances give some examples then water plays an important role in the functioning of our body because it can dissolve a large number of substances ਸਾਡੇ ਜਿਹੜਾ digestion ਹੁੰਦਾ ਹੈ ਹੋਰ ਸਾਡਾ ਜਿੰਨੇ ਵੀ body ਦੇ functions ਹੈ ਬਹੁਤ ਜ਼ਿਆਦਾ ਉਹਦੇ ਵਿੱਚ water ਬਹੁਤ important role play ਕਰਦਾ ਹੈ ਕਾਫੀ ਸਾਰੇ substances ਜਿਹੜੇ ਹੈ ਉਸ ਦੇ ਵਿੱਚ ਘੁਲ ਜਾਂਦੇ ਹੈ ਔਰ ਸਾਡੇ various body functions ਬੜੇ ਆਰਾਮ ਦੇ ਨਾਲ ਹੁੰਦੇ ਰਹਿੰਦੇ ਹੈ ਹਾਂਜੀ ਬੇਟਾ ਇੱਥੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਕਿ ਇਹ ਤੁਸੀਂ ਕੀਤੀ ਹੈ ਸੋਲਿਡ ਸਬਸਟੈਂਸਸ ਨੂੰ ਪਾਣੀ ਜੋ ਕਿ ਲਿਕੁਇਡ ਹੈ ਉਸ ਦੇ ਵਿੱਚ ਘੋਲਣ ਲਈ ਪਰ ਤੁਸੀਂ ਦੇਖਿਆ ਹੈ ਕਿ ਲਿਕੁਇਡ ਵਿੱਚ ਵੀ ਕਈ ਚੀਜ਼ਾਂ ਡਿਸੋਲਵ ਹੁੰਦੀਆਂ ਤੇ ਕਈ ਨਹੀਂ ਹੁੰਦੀਆਂ ਤਾਂ ਜਦੋਂ ਲਿਕੁਇਡ ਵਿੱਚ ਕੋਈ ਚੀਜ਼ ਲਿਕੁਇਡ ਹੀ ਪਾਓ ਔਰ ਉਹ ਡਿਸੋਲਵ ਨਹੀਂ ਹੋਏ ਤਾਂ ਉਹਨਾਂ ਨੂੰ ਇਮਿਸਿਬਲ ਲਿਕੁਇਡਸ ਕਹਿੰਦੇ ਆ ਔਰ ਅਗਰ ਉਹ ਡਿਸੋਲਵ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਮਿਸਿਬਲ ਲਿਕੁਇਡਸ ਕਹਿੰਦੇ ਆ ਫੋਰ ਐਗਜ਼ਾਮਪਲ ਤੁਸੀਂ ਲੈਮਨ ਜੂਸ ਜਿਵੇਂ ਅਸੀਂ ਸ਼ਿਕੰਜਵੀ ਦੀ ਗੱਲ ਕਰ ਰਹੇ ਸੀ ਲੈਮਨ ਵਾਟਰ ਬਣਾਉਂਦੇ ਆ ਅਸੀਂ ਤਾਂ ਨਿੰਬੂ ਦਾ ਰਸ ਜਦੋਂ ਅਸੀਂ ਘੋਲ ਦਿੰਦੇ ਆ ਪਾਣੀ ਦੇ ਵਿੱਚ ਤਾਂ ਉਹ ਪੂਰੀ ਤਰ੍ਹਾਂ ਘੁਲ ਜਾਂਦਾ ਹੈ ਤਾਂ ਲਿਕੁਇਡ ਜਿਹੜਾ ਹੈ ਉਹ ਘੁਲ ਗਿਆ ਤਾਂ ਉਹ ਮਿਸਿਬਲ ਲਿਕੁਇਡਸ ਕਵਾਂਗੇ ਇਸੇ ਤਰ੍ਹਾਂ ਸਿਰਕਾ ਦੇਖਿਓ ਪਾਣੀ 'ਚ ਪਾ ਕੇ ਕੰਪਲੀਟਲੀ ਘੁਲ ਜਾਏਗਾ ਸੋ ਵਿਨੇਗਰ ਜਿਹੜਾ ਹੈ ਔਰ ਵਾਟਰ ਇਹ ਦੋਨੋਂ ਇਹ ਮਿਸਿਬਲ ਲਿਕੁਇਡਸ ਬਣਦੇ MISCIBLE ਮਿਸਿਬਲ ਲਿਕੁਇਡਸ ਦੂਸਰੇ ਪਾਸੇ ਕੋਈ ਵੀ ਆਇਲ ਹੋਏਗਾ ਉਹ ਨਹੀਂ ਡਿਸੋਲਵ ਹੋਏਗਾ ਕਿਉਂਕਿ ਪਾਣੀ ਨਾਲੋਂ ਹਲਕਾ ਹੁੰਦਾ ਹੈ ਔਰ ਉਹ ਉੱਪਰ ਹੀ ਤੈਰਦਾ ਹੈ ਇਹ ਤੁਸੀਂ ਦੇਖੋ ਕੋਕੋਨਟ ਆਇਲ ਪਾ ਕੇ ਦੇਖ ਲਿਓ ਦੇਸੀ ਘੀ ਦੀ ਇੱਕ ਦੋ ਡ੍ਰੌਪਸ ਪਾ ਕੇ ਦੇਖ ਲਿਓ ਕੋਈ ਰਿਫਾਈਨਡ ਆਇਲ ਤੁਹਾਡੇ ਕਿਚਨ 'ਚ ਹੈ ਉਹ ਤੁਸੀਂ ਇੱਕ ਦੋ ਡ੍ਰੌਪਸ ਪਾਣੀ ਦੇ ਗਲਾਸ ਦੇ ਵਿੱਚ ਪਾ ਕੇ ਦੇਖਿਓ ਉਹ ਉੱਪਰ ਹੀ ਤੈਰੇਗਾ ਨੀਚੇ ਉਸ ਦੇ ਵਿੱਚ ਘੁਲੇਗਾ ਹੀ ਨਹੀਂ ਔਰ ਥੋੜੀ ਦੇਰ ਤੱਕ ਇਫ ਯੂ ਵੇਟ ਫॉर ਫਿਊ ਮਿੰਟਸ ਇਟ ਵਿਲ ਫਾਰਮ ਅ ਸੈਪਰੇਟ ਲੇਅਰ ਔਨ ਦ ਟੌਪ ਆਫ ਦਾ that tumbler water ਦੇ ਉੱਤੇ ਇੱਕ ਸੈਪਰੇਟ ਲੇਅਰ ਫਾਰਮ ਤੁਸੀਂ ਦੇਖ ਸਕਦੇ ਹੋ ਬੜੀ ਈਜ਼ੀਲੀ ਇਹਦਾ ਐਗਜ਼ਾਮਪਲ ਤੁਸੀਂ ਦੇਖਿਆ ਹੋਵੇਗਾ ਜਦੋਂ ਪੈਟਰੋਲ ਪੰਪ ਤੋਂ ਤੁਸੀਂ ਨਿਕਲਦੇ ਹੋ ਰੇਨ
ਪਈ ਹੋਵੇ ਤਾਂ ਤੁਸੀਂ ਉੱਥੇ ਇੱਕ ਦੇਖੋਗੇ ਕਿ ਰੇਨਬੋ ਟਾਈਪ ਜੀ ਦਿਖ ਰਹੀ ਹੈ ਤੁਹਾਨੂੰ। ਕਿਸ ਤਰ੍ਹਾਂ ਹੋਏਗੀ ਉਹ? ਬਿਕੋਜ਼ ਪਾਣੀ ਉੱਥੇ ਪਿਆ ਹੈ ਰੇਨ ਦੇ ਨਾਲ ਔਰ ਉੱਥੇ ਆਇਲ ਗਿਰਦਾ ਰਹਿੰਦਾ ਜਦੋਂ ਵੀ ਵਹੀਕਲਸ ਉੱਥੋਂ ਪਾਸ ਆਊਟ ਹੁੰਦੇ ਆ ਪੈਟਰੋਲ ਪੰਪ ਚੋਂ ਬਾਹਰ ਜਾਂ ਅੰਦਰ ਜਾਂਦੇ ਆ, ਤਾਂ ਜਦੋਂ ਥੋੜਾ ਬਹੁਤਾ ਆਇਲ ਜਿਹੜਾ ਹੈ ਗਿਰਦਾ ਤਾਂ upperly ਸਾਈਡ ਉੱਪਰ towards its upper layer form ਕਰ ਜਾਂਦਾ ਹੈ oil. So only because it is not soluble in water, it doesn't dissolve in water, ਤਾਂ ਲਾਈਟ ਹੋਣ ਕਰਕੇ ਉਹ ਉੱਪਰਲੀ ਸਾਈਡ ਹੀ ਹੁੰਦਾ ਹੈ ਐਂਡ ਉਹ ਜਗ੍ਹਾ ਵੀ ਸਲਿਪਰੀ ਬਣ ਜਾਂਦੀ ਹੈ। ਸੋ ਕੋਕੋਨਟ ਆਇਲ, ਪੈਟਰੋਲ, ਡੀਜ਼ਲ, it they do not get dissolved in water, therefore they are called immiscible liquids.